ਪੰਦੇਰ ਸਾਹਿਬ, ਭਗਵੰਤ ਮਾਨ ਨੇ ਆਪਣੀ ਕੈਬਨਿਟ ਦੇ ਵਿੱਚ 10 MLAs ਨੂੰ ਸ਼ਾਮਲ ਕਰ ਲਿਆ ਤੇ ਕਈ ਲੋਕ ਹੈਰਾਨ ਵੀ ਹੋਏ ਨੇ ਇਹਨਾਂ ਨਾਵਾਂ ਦੀ ਸੂਚੀ ਨੂੰ ਵੇਖ ਕੇ। ਸੋ ਕੀ ਵੇਰਵਾ ਜੀ ਇਹਦਾ? ਵਾਸੂ ਜੀ, ਹੁਣ ਤੋਂ ਥੋੜੀ ਦੇਰ ਬਾਅਦ ਪੰਜਾਬ ਰਾਜ ਭਵਨ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਵਜ਼ਾਰਤ ਜਿਹੜੀ ਹੈ ਉਹਦਾ ਸਹੁੰ ਚੁੱਕ ਸਮਾਰੋਹ ਦੀ ਤਿਆਰੀ ਹੈ ਜੀ। ਉੱਥੇ ਜਿਹੜਾ ਪਹਿਲਾਂ ਕਹਿੰਦੇ ਸੀ ਅਸੀਂ ਨਹੀਂ ਕਰਨਾ, ਬੇਸ਼ੱਕ ਭਗਵੰਤ ਮਾਨ ਨੇ ਖਟਕੜ ਕਲਾਂ ਜਾ ਕੇ ਸਹੁੰ ਚੁੱਕੀ ਤੇ ਪਰ ਹੁਣ ਰਾਜ ਭਵਨ ਦੇ ਵਿੱਚ 10 ਮੰਤਰੀਆਂ ਨੂੰ ਜਿਹੜਾ ਹੈਗੇ ਸਹੁੰ ਚੁਕਾਈ ਜਾਊਗੀ ਜੀ। ਪਹਿਲਾਂ ਇਹ ਬਹੁਤ ਸਾਰੀਆਂ ਕਾਰਸਰਾਈਆਂ ਸੀ, ਬੜੇ ਨਾਂ ਚੱਲੇ, ਬਹੁਤ ਚੰਗੀ ਗੱਲ ਕੀਤੀ ਕਿ ਅਸੀਂ ਬਾਹਲੇ ਨਾਵਾਂ ਦੀ ਪ੍ਰੈਡਿਕਸ਼ਨ ਨਹੀਂ ਕੀਤੀ। ਜਿਸ ਤਰ੍ਹਾਂ ਐਤਕੀ ਜਿਹੜੀਆਂ ਚੋਣਾਂ ਦੇ ਰਿਜ਼ਲਟ ਆਏ ਆ ਹੁਣ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਜਿਹੜੀ ਹੈਗੀਆਂ ਪ੍ਰੈਡਿਕਸ਼ਨ ਪਸ਼ੀਨ ਗੋਈਆਂ ਕਰਨੀਆਂ ਕੋਈ ਬਾਹਲੀ ਚੰਗੀ ਗੱਲ ਨਹੀਂ ਹੈ, ਕਿਉਂਕਿ ਇਹ ਸਰਕਾਰ ਇੱਕ ਡਿਫਰੈਂਟ ਮਾਈਂਡ ਸੈਟ ਦੇ ਨਾਲ ਆਈ ਆ ਤੇ ਇਹ ਕੁਝ ਵੱਖਰਾ ਕਰਨਾ ਚਾਹੁੰਦੀ ਹੈ। ਇੱਕ ਤਾਂ ਪਹਿਲੀ ਗੱਲ ਹੈ ਜਿਹੜੀ ਵਜ਼ਾਰਤ ਹੈ ਇਹਦੇ ਵਿੱਚ ਜੇ ਤੁਸੀਂ ਦੇਖੋ ਆਪਣੇ ਆਪ ਹੀ ਕਰਕੇ ਨੰਬਰ ਗਿਣ ਲਓ, ਇਹ ਕਾਨੂੰਨ ਹੈ ਕਿ 15% ਜਿਹੜੀ ਤੁਹਾਡੀ ਟੋਟਲ ਸਟਰੈਂਥ ਆ ਹਾਊਸ ਦੀ ਉਸ ਤੋਂ ਜ਼ਿਆਦਾ ਵਜ਼ੀਰ ਨਹੀਂ ਹੋ ਸਕਦੇ। ਪਹਿਲਾਂ ਇਹ ਹੁੰਦਾ ਸੀ ਜਿਵੇਂ ਸਰਦਾਰ ਬਿਆਨ ਸਿੰਘ ਦੀ ਸਰਕਾਰ ਵੇਲੇ ਸੀ, ਆਈ ਥਿੰਕ 30-40 ਮੰਤਰੀ ਬਣ ਗਏ ਸੀ ਉਦੋਂ ਬਾਅਦ ਚੋਂ ਵੀ ਸੀਗੇ, ਪਰ ਹੁਣ ਇਹ ਕਾਨੂੰਨ ਹੈ ਕਿ ਜੀ ਤੁਸੀਂ 15% ਤੋਂ ਬਾਅਦ। ਉਹਦੀ ਬੜੀ ਫਿਰ ਰੌਲਾ ਪਿਆ ਸੀ ਕਿ ਕਿਸ ਤਰ੍ਹਾਂ ਹੋਇਆ ਕਿ ਜਿਹੜੀ ਵਜ਼ਾਰਤਾਂ ਜਿਹੜੀਆਂ ਵੱਡੀਆਂ ਕਿਵੇਂ ਹੋ ਜਾਂਦੀਆਂ ਨੇ, ਫਿਰ ਉਹਦਾ ਬੋਝ ਪੈਂਦਾ ਖਰਚੇ ਦਾ। ਸੋ ਚਲੋ ਉਹ ਬਹਿਸ ਹੋ ਚੁੱਕੀ ਹੈ, ਉਹ ਸੈਟਲਡ ਹੈ ਇਸ਼ੂ। ਹੁਣ ਇਹ 15% ਤੋਂ ਵੱਧ ਤੇ ਸੋ ਨਹੀਂ ਹੋ ਸਕਦੀ। 117 ਦਾ 15% ਸ਼ਾਇਦ 18 ਦੇ ਆਸ-ਪਾਸ ਆਉਂਦਾ ਵਾ ਤੇ ਮੁੱਖ ਮੰਤਰੀ ਤੋਂ ਇਲਾਵਾ ਸ਼ਾਇਦ 17 ਮੰਤਰੀ ਬਣ ਸਕਦੇ ਨੇ, ਤੇ ਉਹਨਾਂ ਚੋਂ ਇਹਨਾਂ ਨੇ 10 ਮੰਤਰੀ ਹੀ ਬਣਾਉਣੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਸਿਰਕੱਢ ਨੇਤਾ ਨੇ ਜੀ ਉਹ ਹਰਪਾਲ ਚੀਮਾ ਜੋ ਲੀਡਰ ਆਫ ਆਪੋਜੀਸ਼ਨ ਸੀ ਉਹ ਸੀਗੇ, ਤੇ ਗੁਰਮੀਤ ਸਿੰਘ ਮੀਤਹੇਰ, ਇਹ ਜਿਹੜੇ ਦੋ ਹੈਗੇ ਆ ਜਿਹੜੇ ਜਿਨ੍ਹਾਂ ਨੇ ਸਿਟਿੰਗ MLA ਜਿਨ੍ਹਾਂ ਨੂੰ ਲਿਆ ਗਿਆ। ਬਾਕੀ 8 ਬੰਦਿਆਂ ਨੂੰ ਜਿਹੜੇ ਫਸਟ ਟਾਈਮਰਸ ਨੇ ਉਹਨਾਂ ਨੂੰ ਲਿਆ ਗਿਆ, ਜਿਹਦੇ ਵਿੱਚ ਡਾਕਟਰ ਬਲਜੀਤ ਕੌਰ ਮਲੋਰ ਤੋਂ ਨੇ। ਇਹ ਜਿਹੜੇ ਪਹਿਲੇ 4 MP ਜਿੱਤੇ ਸੀਗੇ ਆਮ ਆਦਮੀ ਪਾਰਟੀ ਦੇ, ਉਹ 'ਚ ਡਾਕਟਰ ਸਾਧੂ ਸਿੰਘ ਸੀਗੇ ਫਰੀਦਕੋਟ ਤੋਂ, ਉਹਨਾਂ ਦੀ ਬੇਟੀ ਹੈ ਤੇ ਇਹਨਾਂ ਦਾ ਇੱਕ ਬਹੁਤ ਜਿਹੜੇ ਹੈਗੇ ਆ ਡੈਡੀਕੇਟਡ ਆਈ ਸਰਜਨ ਆ ਉਹ ਨੇ। ਫਿਰ ਸਾਬਕਾ ETO ਨੇ ਜੰਡਿਆਲੇ ਤੋਂ ਹਰਭਜਨ ਸਿੰਘ, ਉਹ ਆਉਣਗੇ। ਡਾਕਟਰ ਵਿਜੇ ਸਿੰਗਲਾ ਮਾਨਸਾ ਤੋਂ ਆ ਰਿਹਾ, ਲਾਲਚੰਦ ਕਤਾਰੂ ਚੱਕ ਜਿਹੜੇ ਹੈਗੇ ਭੋਆ ਤੋਂ ਨੇ, ਉਹ ਆਪਣੇ ਕਹਿ ਸਕਦੇ ਹੋ ਪਠਾਨਕੋਟ ਵਾਲੇ ਪਾਸਿਓਂ। ਗੁਰਮੀਤ ਸਿੰਘ ਮੀਥੇਰ ਦੀ ਤਾਂ ਮੈਂ ਗੱਲ ਕਰਤੀ ਹੈ, ਬਰਨਾਲਾ ਤੋਂ ਨੇ। ਕੁਲਦੀਪ ਸਿੰਘ ਧਾਲੀਵਾਲ ਅਜਨਾਲੇ ਤੋਂ ਨੇ। ਲਾਲਜੀਤ ਸਿੰਘ ਭੁੱਲਰ ਪੱਟੀ ਤੋਂ ਨੇ। ਬ੍ਰਹਮ ਸ਼ੰਕਰ ਹੁਸ਼ਿਆਰਪੁਰ। ਹਰਜੋਤ ਸਿੰਘ ਬੈਂਸ ਜਿਹੜੇ ਹੈਗੇ ਆ ਉਹ ਅਨੰਦਪੁਰ ਸਾਹਿਬ ਤੋਂ ਨੇ। ਸੋ ਜ਼ਿਆਦਾ ਤਾਂ ਇਹ ਹੈ ਜੀ ਕਿ 5 ਜਿਹੜੇ ਹੈਗੇ ਆ ਉਹ ਮਾਨਸਾ ਤੋਂ ਨੇ ਤੇ 2 ਮਾਝੇ ਚੋਂ ਨੇ ਤੇ 1 ਜਿਹੜਾ ਹੈ ਦੁਆਬੇ ਚੋਂ। ਸੋ ਇੱਕ ਲੈਵਲ ਦੇ ਉੱਤੇ ਰੀਜਨ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਜਿਹੜੇ ਸਪਰੈਡ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਬਹੁਤ ਸਾਰਾ ਸੀਗਾ ਜੀ ਕਿ ਸੁਨਾਮ ਦੇ ਜਿਹੜੇ ਐਡੀ ਵੱਡੀ ਜਿੱਤ ਹਾਸਲ ਕਰਨ ਵਾਲੇ ਅਮਨ ਅਰੋੜਾ, ਜਿਨ੍ਹਾਂ ਨੇ 75,000 ਤੋਂ ਵੱਧ ਸੀਟਾਂ ਦਾ ਵੋਟਾਂ ਦਾ ਜਿਹੜਾ ਮਾਰਜਨ ਦਿੱਤਾ, ਉਹਨਾਂ ਨੂੰ ਐਕਸਪੈਕਟ ਕੀਤਾ ਜਾ ਰਿਹਾ ਸੀ ਔਰ ਇਹ ਕਿਹਾ ਜਾ ਸਕਦਾ ਕਿ ਜਿਹੜਾ ਵਿੱਤ ਦਾ ਮਹਿਕਮਾ, ਫਾਈਨਾਂਸ ਮਹਿਕਮਾ ਉਹਨਾਂ ਨੂੰ ਦਿੱਤਾ ਜਾਵੇ। ਪ੍ਰੋਫੈਸਰ ਬਲਜਿੰਦਰ ਕੌਰ ਦਾ ਨਾਮ ਵੀ ਆ ਰਿਹਾ ਸੀ, ਬੀਬੀ ਮਾਣੂਕੇ ਦਾ ਨਾਂ ਆ ਰਿਹਾ ਸੀਗਾ ਜੀ। ਜਦੋਂ ਬੀਬੀ ਮਾਣੂਕੇ ਨੂੰ ਤਾਂ ਇਹ ਕਹਿ ਰਹੇ ਸੀ ਸ਼ਾਇਦ ਪਹਿਲੀ ਮਹਿਲਾ ਸਪੀਕਰ ਬਣਾਇਆ ਜਾਵੇ। ਵਾਸੂ ਜੀ, ਪਹਿਲੇ ਸਪੀਕਰ ਜਿਹੜੇ ਹੈਗੇ ਆ ਉਹ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ ਜਾ ਰਿਹਾ, ਹੁਣ ਨਾਂ ਉਹਨਾਂ ਦਾ ਚੱਲ ਰਿਹਾ ਹੈ। ਅੱਜ ਹੋਏਗਾ ਕਿ ਨਹੀਂ ਉਹ ਸਾਨੂੰ ਸੋਮਵਾਰ ਨੂੰ ਪਤਾ ਲੱਗੂਗਾ। ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਪਰ ਜਿਸ ਤਰ੍ਹਾਂ ਮੀਡੀਆ 'ਚ ਰਿਪੋਰਟਸ ਆ ਰਹੀਆਂ ਨੇ ਉਹ ਨੇ। ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਆ ਉਹ ਕੋਟਕਪੂਰਾ ਤੋਂ ਨੇ। ਸੰਧਵਾ ਪਿੰਡ ਜਿਹੜਾ ਹੈ ਬੜਾ ਹੀ ਇਤਿਹਾਸਿਕ ਪਿੰਡ ਹੈ, ਅਕਾਲੀ ਲੀਡਰਾਂ ਦਾ ਵੀ ਪਿੰਡ ਹੈ ਤੇ ਗਿਆਨੀ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਇਹ ਗਿਆਨੀ ਜ਼ੈਲ ਸਿੰਘ ਦੇ ਭਰਾ ਜਗੀਰ ਸਿੰਘ ਦੇ ਪੋਤਰੇ। ਸੋ ਉਹਨਾਂ ਚੋਂ ਇਹ ਉਸ ਲਾਈਨੇਜ ਤੋਂ ਨੇ, ਪੋਲੀਟੀਕਲ ਫੈਮਿਲੀ ਆ। ਇਹ ਸਾਰੀ ਦੀਆਂ ਸਾਰੀਆਂ ਇੱਕ ਤਾਂ ਇਹ ਹੈਗਾ ਹੀ ਹੈਗਾ। ਇਹ ਹੁਣ ਆਮ ਆਦਮੀ ਪਾਰਟੀ ਕੀ ਇੱਕ ਸੰਕੇਤ ਦੇਣਾ ਚਾਹੁੰਦੀ ਹੈ। ਹੁਣ ਜੇ ਤੁਸੀਂ ਹੋਰ ਵੀ ਦੇਖੋ, ਜਿਹੜੇ ਫਸਟ ਟਾਈਮਰ ਸੀ ਜਿਨ੍ਹਾਂ ਨੇ ਲਾਇਲਟੀ ਦਿਖਾਈ ਉਹ ਉਹਨਾਂ ਚੋਂ ਸਿਰਫ 2 ਹੀ ਆਏ ਔਰ ਵੱਡੇ ਸ਼ਹਿਰਾਂ ਚੋਂ ਕੋਈ ਵੀ ਨਹੀਂ ਹੈ। ਤੁਸੀਂ ਇਹ ਜਿਹੜਾ ਹੈਗਾ ਜਿਹੜੀਆਂ ਪੰਜਾਬ ਦੀਆਂ ਮੈਟਰੋ ਸਿਟੀਜ਼ ਨੇ, ਜਿਸ ਤਰ੍ਹਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਜਿਹੜਾ ਹੈ, ਉਹ ਉਹਨਾਂ ਸ਼ਹਿਰਾਂ ਤੋਂ ਕੋਈ ਵੀ ਨਹੀਂ ਹੈ। ਇਹ ਜ਼ਿਆਦਾ ਜਿਹੜੇ ਦੂਰ ਦਰਾਡੇ ਇਲਾਕਿਆਂ ਦੇ ਵਿੱਚੋਂ ਹੀ, ਜਿਨ੍ਹਾਂ ਨੂੰ ਜਾਂ ਤੁਸੀਂ ਕਹਿ ਸਕਦੇ ਜਿਹੜੇ ਇਲਾਕੇ ਪਿਛੜ ਗਏ ਹੋਣ, ਜਿਵੇਂ ਦਿੜਬਾ ਤੋਂ ਹਰਪਾਲ ਚੀਮਾ ਆਏ ਆ,
ਬਲਜੀਤ ਕੌਰ ਮੇਰੇ ਹਿਸਾਬ ਦੇ ਨਾਲ ਮਲੋਟ ਤੋਂ ਨੇ, ਜੰਡਿਆਲੇ ਤੋਂ ਆਪਣੇ ਹੈਗੇ ਮਾਨਸੇ ਤੋਂ ਆ, ਕੋਈ ਭੋਆ ਤੋਂ ਆ। ਸੋ ਇੰਜ ਜਿਹੜੇ ਹੈਗੇ ਚਲੋ ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਤੋਂ ਤਾਂ ਪਹਿਲਾਂ ਵੀ ਆ ਚੁੱਕੇ ਆ। ਇਹ ਜਿਹੜੇ ਅੱਛਾ ਇੱਕ ਲਾਲਜੀਤ ਪੱਟੀ ਵੀ ਅਸੀਂ ਇਗਨੋਰ ਕਰਦੇ ਰਹੇ। ਲਾਲਜੀਤ ਪੱਟੀ ਕੌਣ ਨੇ? ਇਹ ਵੀ ਜਾਇੰਟ ਕਿਲਰ ਨੇ ਜੀ। ਬੇਸ਼ੱਕ ਕੋਈ ਪੜ੍ਹਾਈ ਲਿਖਾਈ ਦੇ ਵਿੱਚ ਸ਼ਾਇਦ ਕੋਈ ਬੜਾ ਤਾਂ ਇਹਨਾਂ ਦਾ ਨਾਮੜਾ ਨਹੀਂ ਹੈਗਾ, ਸੋਸ਼ਲ ਵਰਕ 'ਚ ਹੈਗਾ। ਦੋ ਵੱਡੇ ਨੇਤਾ, ਕਦਾਵਰ ਨੇਤਾ ਇਹਨਾਂ ਨੇ ਹਰਾਏ। ਇੱਕ ਤਾਂ ਜੀ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਔਰ ਪ੍ਰਤਾਪ ਸਿੰਘ ਕੈਰੋ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋ। ਔਰ ਉੱਥੇ ਹੀ ਹਰਮਿੰਦਰ ਗਿੱਲ ਕਿਸੇ ਟਾਈਮ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਔਰ ਕਾਂਗਰਸ ਜੁਆਇਨ ਕੀਤੀ। ਕਾਫੀ ਜਿਹੜੇ ਪੋਪੂਲਰ ਲੀਡਰ ਮੰਨੇ ਜਾਂਦੇ ਸੀ। ਇਹਨਾਂ ਨੂੰ ਦੋਹਾਂ ਨੂੰ ਹਰਾਇਆ ਪੱਟੀ ਤੋਂ ਜਿੱਤ ਕੇ ਲਾਲਜੀਤ ਆਏ ਆ। ਸੋ ਜਿਹੜੀ ਵਜ਼ਾਰਤ ਆ ਉਹ ਆ। ਹੁਣ ਜਿਹੜੀ ਚਲੋ ਆਪਾਂ ਉਸ ਤੇ ਆਉਂਦੇ ਇਹਨਾਂ ਨੂੰ ਆਈ ਥਿੰਕ 10:15 ਵਜੇ ਪ੍ਰੋਗਰਾਮ ਹੈਗਾ ਸਾਡੇ ਇੱਥੇ। ਆਲਮੋਸਟ ਸਮਝ ਲਓ ਜੀ ਘੰਟੇ ਸਵਾ ਘੰਟੇ ਦਾ ਵਕਫਾ ਹੈਗਾ ਜਦੋਂ ਇਹ ਪ੍ਰੋਗਰਾਮ ਹੋਏਗਾ। ਸਿੰਪਲ ਜਿਹਾ ਫੰਕਸ਼ਨ ਹੁੰਦਾ ਤੇ ਇਹਨਾਂ ਨੂੰ ਸਹੁੰ ਚੁਕਾਈ ਜਾਏਗੀ। ਹੁਣ ਜਿਹੜੇ ਲੋਕੀ ਜਿਹੜੇ 10 ਫਸਟ ਟਾਈਮਰ ਸੀ, 8 ਜਿਹੜੇ ਹੁਣ ਰਹਿ ਗਏ ਨੇ ਜੀ, ਉਹ ਪ੍ਰੋਫੈਸਰ ਬਲਜਿੰਦਰ ਕੌਰ, ਬੀਬੀ ਮਾਣੂਕੇ ਵਗੈਰਾ ਹੋਰ ਵੀ ਜਿਹੜੇ ਹੈਗੇ ਆ, ਅਮਨ ਅਰੋੜਾ, ਕੀ ਉਹ ਅੱਜ ਆਉਣਗੇ ਕਿ ਗੁੱਸੇ ਹੋ ਕੇ ਘਰੇ ਬੈਠਣਗੇ? ਕੀ ਹੋਊਗਾ? ਉਹਨਾਂ ਦੇ ਸਪੋਰਟਰ ਕੀ ਕਹਿਣਗੇ? ਉਹਨਾਂ ਦੇ ਇਲਾਕਿਆਂ 'ਚ ਕੀ ਹੋਊਗਾ? ਇਹ ਆਲਰੇਡੀ ਖੁਸਰ ਸ਼ੁਰੂ ਹੋ ਗਈ ਹੈ। ਔਰ ਜਿਹੜੇ ਹਾਲੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਸੰਕੇਤ ਕੀ ਦੇਣਾ ਚਾਹੁੰਦੀ ਹੈ ਸਰਕਾਰ, ਕੀ ਇਹ ਮੈਸੇਜ ਹੈ। ਇਹ ਹਾਲੇ ਫਿਲਹਾਲ ਇਹਦੇ ਵਿੱਚ ਨਹੀਂ ਸਮਝ ਆ ਰਹੀ। ਦੂਸਰੀ ਹੁਣ ਇਹ ਹੋਊਗੀ ਕਿ ਇਹਨਾਂ 'ਚੋਂ ਮੋਸਟਲੀ ਇਹਨਾਂ ਨੂੰ ਤਜਰਬਾ ਨਹੀਂ ਹੈ। ਇਹਨਾਂ ਨੂੰ ਮਹਿਕਮੇ ਦਿੱਤੇ ਜਾਣਗੇ, ਕਿਹੜੇ ਕਿਹੜੇ ਮਹਿਕਮੇ ਦਿੱਤੇ ਜਾਣਗੇ ਇਹ ਵੀ ਦੇਖਣ ਜਾਣਾ ਜਾਊਗਾ। ਤੇ ਜਿਹੜੀ ਹੋਰ ਗੱਲ ਆਉਣੀ ਹੈ ਨਾ ਜੀ, ਹੁਣ ਇਹ ਪਹਿਲਾਂ ਆਊਗਾ ਫਿਰ ਰਸਮੀ ਤੌਰ ਤੇ ਕਈ ਵਾਰੀ ਤਾਂ ਪਹਿਲਾਂ ਚੀਫ ਮਿਨਿਸਟਰ ਜਾ ਕੇ ਹਰ ਇੱਕ ਮੰਤਰੀ ਨੂੰ ਜਾ ਕੇ ਆਪਣਾ ਕਮਰੇ ਦੇ ਵਿੱਚ ਕੁਰਸੀ ਤੇ ਬਿਠਾ ਕੇ ਉੱਥੇ ਹਾਰ ਪਾ ਕੇ ਲੱਡੂ ਪਾ ਕੇ ਵੀ ਕਰਦੇ। ਅੱਜ ਕੀ ਕਰਦੇ ਨੇ ਉਹ ਵੀ ਦੇਖਣ ਵਾਲਾ ਹੋਊਗਾ। ਸ਼ਾਮ ਨੂੰ ਫਿਰ 2 ਵਜੇ ਜਿਹੜੀ ਹੈਗੀ ਹੈ ਇੱਕ ਰੱਖੀ ਹੈ ਜੀ ਮੀਟਿੰਗ ਰੱਖੀ ਹੈ ਕੈਬਨਿਟ ਦੀ, ਜਿਹਦੇ ਉੱਤੇ ਬਹੁਤ ਅਹਿਮ ਫੈਸਲੇ ਆਉਣ ਵਾਲੇ ਨੇ। ਇੱਕ ਤਾਂ ਅਪ੍ਰੈਲ ਦੇ ਵਿੱਚ ਜਿਹੜੀ ਹਾੜੀ ਆ ਆਪਣੀ ਉਹਦਾ ਸ਼ੁਰੂ ਹੋ ਜਾਣਾ। ਕਣਕ ਦੀ ਜਿਹੜੀ ਪ੍ਰੋਕਿਉਰਮੈਂਟ ਆ ਉਹ ਬਹੁਤ ਵੱਡਾ ਆਪਰੇਸ਼ਨ ਹੁੰਦਾ। ਕੋਈ ਤੁਸੀਂ ਇਹ ਰੱਖ ਲਓ ਵੀ 1.5 ਲੱਖ ਟਨ ਤੋਂ ਉੱਤੇ ਜਿਹੜੀ ਹੈਗੀ ਆ ਆਮਦ ਹੋ ਜਾਂਦੀ ਆ। ਕਈ ਵਾਰੀ ਤਾਂ ਕੋਈ 1,80,000 ਟਨ ਤੱਕ ਜਾਂਦੀ ਹੈ। ਤੇ ਉਹ ਸਾਰੀ ਦੀ ਸਾਰੀ ਦੇਖਣ ਵਾਲੀ ਹੋਏਗੀ। ਇੱਕ ਤਾਂ ਉਹਦੀ ਲਿਮਿਟ ਆਉਂਦੀ ਆ ਰਿਜ਼ਰਵ ਬੈਂਕ ਆਫ ਇੰਡੀਆ, ਉਹਦਾ ਵੀ ਕ੍ਰੇਸ਼ ਪਿਆ ਹੈ, ਉਹਨੂੰ ਕਿਵੇਂ ਰਿਜ਼ੋਲਵ ਕਰਦੀ ਹੈ ਸਰਕਾਰ ਦੇਖਣ ਵਾਲੀ ਗੱਲ ਹੋਊਗੀ। ਦੂਸਰਾ ਹੈਗਾ ਜੀ ਕਿ ਕਿਉਂਕਿ ਇਹਨਾਂ ਦਿਨਾਂ 'ਚ ਬਜਟ ਪੇਸ਼ ਕਰਨਾ ਹੁੰਦਾ, ਬਜਟ ਤਾਂ ਇਹ ਸਰਕਾਰ ਪੇਸ਼ ਨਹੀਂ ਕਰੂਗੀ ਤੇ ਵੋਟ ਔਨ ਅਕਾਊਂਟ ਕਰ ਦਿੰਦੇ ਆ ਕਿ 3 ਮਹੀਨੇ ਦਾ ਤੁਸੀਂ ਵੋਟ ਔਨ ਅਕਾਊਂਟ ਕਰ ਦਿਓ। ਇੱਕ ਫਿਰ ਬਜਟ ਸੈਸ਼ਨ ਸੱਦਿਆ ਜਾਂਦਾ ਹੁਣ ਇਹ। ਔਰ ਫਿਰ ਇੱਕ ਹੋਰ ਇੰਪੋਰਟੈਂਟ ਕੰਮ ਜਿਹੜਾ ਆਮ ਆਦਮੀ ਪਾਰਟੀ ਕੋਲੇ ਵੀ ਹੈ ਤੇ ਜਿਹੜੀ ਇਸ ਸਰਕਾਰ ਦੇ ਸਾਹਮਣੇ ਹੈ ਕਿ ਹੁਣ 21 ਤਰੀਕ ਨੂੰ ਲਾਸਟ ਡੇਟ ਹੈ ਜੀ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਫਾਈਲ ਕਰਨੀ ਆ ਔਰ ਉਹਦੇ 'ਚ ਕੈਂਡੀਡੇਟ ਵੀ ਅਨਾਉਂਸ ਕਰਨੇ ਨੇ। ਫਿਰ ਹੁਣ ਭਗਵੰਤ ਮਾਨ ਖੁਦ ਇੱਧਰ ਆ ਗਏ ਨੇ, MLA ਬਣ ਗਏ ਨੇ ਤੇ ਲੋਕ ਸਭਾ ਦੀ ਸੀਟ ਖਾਲੀ ਹੋ ਗਿਆ, ਉੱਥੇ ਵੀ ਕੌਣ ਖੜਾ? ਉਹਦੀ ਬੇਸ਼ੱਕ ਹਾਲੇ ਆਖਰੀ ਤਰੀਕ ਤਾਂ ਨਹੀਂ ਹੈਗੀ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਬਾਈ ਇਲੈਕਸ਼ਨ ਅਨਾਉਂਸ ਕਰਨੀ ਹੋਊਗੀ, ਪਰ ਉੱਥੇ ਵੀ ਤਿਆਰੀ ਕਰਨੀ ਪੈਣੀ ਹੈ। ਸੋ ਇਹ ਸਾਰੇ ਮੁੱਦੇ ਨੇ ਸਾਹਮਣੇ ਦੇ ਸਾਹਮਣੇ। ਤੇ ਜਿਸ ਤਰ੍ਹਾਂ ਭਗਵੰਤ ਮਾਨ ਨੇ ਪਹਿਲਾਂ ਵੀ ਆਪਣੀ ਪਹਿਲੀ ਸਪੀਚ ਕਿਹਾ ਸੀ ਕਿ ਅਸੀਂ ਬੜਾ ਟਾਈਮ ਵੇਸਟ ਨਹੀਂ ਕਰਨਾ, ਤੇ ਉਹਨਾਂ ਨੇ ਬੇਸ਼ੱਕ ਕਰਪਸ਼ਨ ਦੇ ਖਿਲਾਫ ਤਾਂ ਆਪਣਾ WhatsApp ਵਾਲਾ ਸਕੀਮ ਦੱਸਦੀ ਹੈ ਜੋ 23 ਮਾਰਚ ਭਗਤ ਸਿੰਘ ਦੇ ਦਿਵਸ ਦੇ ਉੱਤੇ ਉਹ ਆਉਣੀ ਆ ਤੇ ਉਹ ਸਕੀਮ ਸਟਾਰਟ ਹੋਣੀ ਹੈ। ਤੇ ਉਹ ਸਾਰੀ ਦੀ ਸਾਰੀ ਇਹ ਤਿਆਰੀਆਂ ਕਿਵੇਂ ਕਰਨੀਆਂ ਨੇ, ਮਹਿਕਮੇ ਵੰਡਣੇ ਨੇ, ਮਹਿਕਮਿਆਂ 'ਚ ਅਫਸਰ ਨਵੇਂ ਲਾਉਣੇ ਨੇ, ਡਿਸਟ੍ਰਿਕਟ ਲੈਵਲ ਦੇ ਉੱਤੇ DC SSP ਸਾਰਾ ਕੁਝ ਚੇਂਜ ਕਰਨਾ ਪੈਣਾ, ਐਡਮਿਨਿਸਟ੍ਰੇਸ਼ਨ ਚੇਂਜ ਅਪ ਕਰਨੀ ਪੈਣੀ ਹੈ। ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਆ ਉਹ ਬਹੁਤ ਹੀ ਐਕਸਾਈਟਿਡ ਹੈ ਇਸ ਵੇਲੇ ਚੇਂਜ ਲਿਆਉਣ ਦੇ ਵਿੱਚ। ਉਹ ਕਦੇ ਸਕੂਲਾਂ 'ਚ ਵੜ ਜਾਂਦੇ ਨੇ, ਕਦੇ ਦਫ਼ਤਰਾਂ 'ਚ ਵੜ ਜਾਂਦੇ ਨੇ, ਪਟਵਾਰਖਾਨਿਆਂ 'ਚ ਵੜ ਜਾਂਦੇ ਨੇ। ਉਹਨਾਂ ਦੇ ਵੀਡੀਓਜ਼ ਆ ਰਹੇ ਨੇ, ਉਹਨਾਂ ਨੂੰ ਕੰਟਰੋਲ, ਉਹਦਾ ਰਿਐਕਸ਼ਨ ਵੀ ਜਿਹੜੀ ਹੈਗੀ ਆ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਉਣਾ ਸ਼ੁਰੂ ਹੋ ਗਿਆ ਕਿ ਅਸੀਂ ਟਕਰਾਓ ਵਾਸਤੇ ਉੱਥੇ ਸ਼ੁਰੂ ਹੋ ਚੁੱਕਿਆ ਕੰਮ, ਕਈ ਜਗ੍ਹਾ ਤੇ ਕੰਮ ਇਹ ਆ ਗਿਆ। ਤੇ ਹੁਣ ਇਹ ਸਾਰੇ ਦਾ ਸਾਰਾ ਇਹ ਸਾਂਭਣ ਦਾ ਜਿਹੜਾ ਕੰਮ ਹੈ ਇਹ ਨਵੀਂ ਵਜ਼ਾਰਤ ਦਾ ਹੈ। ਤੇ ਉਹ ਦੇਖੋ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਜਾਂਦੀ ਹੈ। ਪੰਦੇਰ ਸਾਹਿਬ, ਭਗਵੰਤ ਮਾਨ ਸਾਹਿਬ ਨੇ ਜਿਹੜੇ ਆਪਣੇ ਆਫਿਸ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਸੀ, ਉਹਨੂੰ ਲੈ ਕੇ ਇੱਕ ਹੋਰ ਨਵਾਂ ਵਿਵਾਦ ਸ਼ੁਰੂ ਹੋ ਗਿਆ। ਇਹਦਾ ਕੀ ਵੇਰਵਾ ਜੀ?
ਵਾਸੂ ਜੀ, ਸਰੋਤਿਆਂ ਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਇਹ ਵਿਵਾਦ ਉੱਠਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾ ਕੇ ਜਿਹੜੀ ਸੀਗੀ, ਫੋਟੋ ਨਹੀਂ ਪੇਂਟਿੰਗ ਹਟਾ ਕੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਤਾਂ ਪੰਜਾਬ ਦੇ ਵਿੱਚ ਕੋਈ ਫੋਟੋ ਖਿੱਚਣ ਦਾ ਇੰਤਜ਼ਾਮ ਹੀ ਨਹੀਂ ਸੀ। ਉਹ ਪੇਂਟਿੰਗ ਉਹਨਾਂ ਦਾ ਪੋਰਟਰੇਟ ਸੀ, ਉਹਨੂੰ ਹਟਾ ਕੇ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦਾ ਤੇ ਭੀਮ ਰਾਓ ਅੰਬੇਦਕਰ ਜੀ ਦਾ, ਬਾਬਾ ਸਾਹਿਬ ਦਾ, ਉਹਨਾਂ ਦੀਆਂ 2 ਫੋਟੋਆਂ ਲਾਈਆਂ। ਔਰ ਕੇਜਰੀਵਾਲ ਨੇ ਵੀ ਆਪਣੇ ਦਫ਼ਤਰਾਂ ਦੇ ਵਿੱਚ, ਦਿੱਲੀ ਸਰਕਾਰ ਦੇ ਵਿੱਚ ਇਹੀ ਪੈਟਰਨ ਅਪਣਾਇਆ ਹੈ। ਉਹਦਾ ਰੌਲਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦੀ ਪੋਰਟਰੇਟ ਕਿਉਂ ਹਟਾਇਆ ਗਿਆ। ਸੋ ਹੁਣ ਉਹ ਤਾਂ ਸਰਕਾਰ ਨੇ ਆਈ ਥਿੰਕ ਨਜਿੱਠ ਲਿਆ ਸੀ ਉਹਦਾ, ਪਰ ਹੁਣ ਇਹ ਆ ਗਿਆ ਕਿ ਜਿਹੜੀ ਭਗਤ ਸਿੰਘ ਉਹਨਾਂ ਦੀ ਫੋਟੋ ਲੱਗੀ ਆ, ਉਹਦੇ 'ਚ ਜਿਹੜੀ ਬਸੰਤੀ ਪਗੜੀ ਆ, ਉਹ ਜੈਨੂਇਨ ਨਹੀਂ ਹੈ। ਉਹ ਇਹ ਕਿਹਾ ਜਾਂਦਾ, ਉਹ ਜਿਹੜੇ ਮਾਹਰ ਨੇ ਉਹ ਇਹ ਕਹਿੰਦੇ ਨੇ ਜੀ ਕਿ ਭਗਤ ਸਿੰਘ ਉਹਨਾਂ ਦੀਆਂ 4 ਅਸਲੀ ਤਸਵੀਰਾਂ ਨੇ ਜਿਹੜੀਆਂ ਲੋਕਾਂ ਦੇ ਕੋਲੇ ਨੇ। ਇੱਕ ਦੇ ਵਿੱਚ ਤਾਂ ਉਹ ਜਿਹੜੇ ਮੰਜੇ ਤੇ ਬੈਠੇ ਆ, ਹੱਥਕੜੀਆਂ ਲੱਗੀਆਂ ਹੋਈਆਂ, ਉਹ ਇੱਕ ਦੂਸਰੀ ਹੈਗੀ ਹੈ ਜਿੱਥੇ ਸਫੇਦ ਪਗੜੀ ਬੰਨੀ ਹੋਈ ਹੈ, ਬਸੰਤੀ ਪਗੜੀ ਵਾਲੀ ਕੋਈ ਨਹੀਂ। ਪਹਿਲੀ ਗੱਲ ਤਾਂ ਵਾਸੂ ਜੀ, ਉਹਨਾਂ ਦਿਨਾਂ ਦੇ ਵਿੱਚ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ, ਤੇ ਜਿਹੜੀ ਆਪਾਂ ਇਹ ਨਹੀਂ ਦੱਸ ਸਕਦੇ ਬਸੰਤੀ ਸੀ ਕਿ ਸਫੇਦ ਸੀ, ਉਹ 'ਚ ਬੜਾ ਮੁਸ਼ਕਿਲ ਹੋ ਜਾਂਦਾ। ਪਰ ਗੱਲ ਫੇਰ ਉਹੀ ਗੱਲ ਆ ਕਿ ਸਰਕਾਰ, ਨਵੀਂ ਸਰਕਾਰ ਬਣੀ ਹੈ, ਕਿਵੇਂ ਨਾ ਕਿਵੇਂ ਆਲੋਚਨਾ ਦਾ ਕਿਸ ਤਰ੍ਹਾਂ ਤਰੀਕਾ ਲੱਭਿਆ ਜਾਵੇ ਉਹਦਾ ਸ਼ੁਰੂ ਕਰ ਦਿੰਦੇ ਆ। ਇੱਕ ਪ੍ਰੋਫੈਸਰ ਚਮਨ ਲਾਲ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਫੋਟੋ ਹੈ ਇਹ ਜੈਨੂਇਨ ਨਹੀਂ ਹੈ। ਔਰ ਮੈਂ ਤਾਂ ਉਹਨਾਂ ਨੂੰ ਕਰਦਾ, ਆਲੋਚਨਾ ਕਰਨ ਵਾਲਿਆਂ ਨੂੰ ਇਹ ਪੁੱਛਦਾ, ਫਿਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕਿੰਨੀ ਕੁ ਜੈਨੂਇਨ ਸੀਗੀ, ਜਾਂ ਜਿਹੜੀ ਉਹ ਪੇਂਟਿੰਗ ਸੀ ਕਿੰਨੀ ਕੁ ਜੈਨੂਇਨ ਸੀ। ਸੋ ਜਿਹੜਾ ਬਸੰਤੀ ਰੰਗ ਆ, ਉਹ ਬੇਸ਼ੱਕ ਰਾਮ ਪ੍ਰਸਾਦ ਬਿਸਮਿਲ ਦਾ ਰੰਗ ਸੀਗਾ, ਤੇ ਪਰ ਉਹਦਾ ਗੀਤ ਜ਼ਰੂਰ ਭਗਤ ਸਿੰਘ ਦੇ ਨਾਲ ਐਸੋਸੀਏਟਡ ਆ, ਮੇਰਾ ਰੰਗ ਦੇ ਬਸੰਤੀ ਚੋਲਾ। ਸੋ ਜਿਹੜੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਫੋਟੋਆਂ ਜਾਂ ਪੇਂਟਿੰਗਸ ਬਣਾਈਆਂ ਨੇ, ਉਹਨਾਂ ਨੇ ਆਪਣੀ ਇਮੈਜੀਨੇਸ਼ਨ ਯੂਜ਼ ਕਰਕੇ ਬਸੰਤੀ, ਕਈਆਂ ਨੇ ਤਾਂ ਕੇਸਰੀ ਪਗੜੀ ਵੀ ਬੰਨੀ ਆ ਭਗਤ ਸਿੰਘ ਉਹਨਾਂ ਦੇ ਉੱਤੇ। ਇੱਕ ਫੋਟੋ ਉਹਨਾਂ ਦੀ ਹੈਟ ਵਾਲੀ ਵੀ ਹੈਗੀ ਆ। ਸੋ ਸਾਰੀਆਂ ਫੋਟੋਆਂ ਜਿਹੜੀਆਂ ਉਹਦੇ ਉੱਤੇ ਕੰਟਰੋਵਰਸੀ ਕਿਉਂ? ਜਿਹੜੇ ਭਗਤ ਸਿੰਘ ਉਹਨਾਂ ਦੇ ਭਤੀਜੇ ਨੇ ਪ੍ਰੋਫੈਸਰ ਜਗਮੋਹਨ, ਉਹਨਾਂ ਨੇ ਕਿਹਾ ਕਿ ਗੱਲ ਭਗਤ ਸਿੰਘ ਦੀ ਫੋਟੋ ਦੀ ਨਹੀਂ ਹੋਣੀ ਚਾਹੀਦੀ, ਗੱਲ ਤਾਂ ਸਾਨੂੰ ਨਿਗਾਹ ਰੱਖਣੀ ਚਾਹੀਦੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਆ, ਇਹ ਭਗਤ ਸਿੰਘ ਦੀ ਆਈਡੀਓਲੋਜੀ ਜਿਹੜੀ ਇਹ ਕਹਿੰਦੇ ਅਸੀਂ ਉਹਦੇ ਸੁਪਨੇ ਪੂਰੇ ਕਰਨੇ ਆ, ਉਹਨੂੰ ਉਸ ਆਈਡੀਓਲੋਜੀ ਤੇ ਕਿਹੜੇ ਕੰਮ ਕਰਦੀ ਹੈ, ਸਾਨੂੰ ਉਹਦੇ ਤੇ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੀ ਬਹੁਤ ਸਾਰੇ ਲੋਕੀ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਨੇ ਔਰ ਕੁਝ ਜਿਹੜੇ ਨਿਊਟਰਲ ਨੇ, ਉਹ ਇਹ ਕਹਿੰਦੇ ਕਿ ਜੇ ਬਸੰਤੀ ਪਗੜੀ ਬੰਨਤੀ, ਇਹਦੇ ਨਾਲ ਭਗਤ ਸਿੰਘ ਦੀ ਜਿਹੜੀ ਕੋਈ ਪਰਸਨੈਲਿਟੀ ਦੇ ਉੱਤੇ ਕੋਈ ਠੇਸ ਨਹੀਂ ਪਹੁੰਚੀ। ਉਹਦੇ ਨਾਲ ਬਸੰਤੀ ਰੰਗ ਭਗਤ ਸਿੰਘ ਦੇ ਨਾਲ ਰਿਲੇਟਡ ਆ, ਤੇ ਬਸੰਤੀ ਪਗੜੀ ਬੰਨਤੀ ਕਿਸੇ ਨੇ, ਆਰਟਿਸਟ ਨੇ ਆਪਣੀ ਇਮੈਜੀਨੇਸ਼ਨ ਵਰਤ ਲਈ, ਉਹਦੇ 'ਚ ਕੋਈ ਬੜੀ ਵੱਡੀ ਗੱਲ ਨਹੀਂ ਹੈ। ਗੱਲ ਉਹੀ ਹੁੰਦੀ ਹੈ ਕਿ ਜੀ ਇਹ ਸਰਕਾਰ, ਜਿਹੜਾ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸੀ, ਜਿਹੜਾ ਇਗੈਲੀਟੇਰੀਅਨ ਬਰਾਬਰੀ ਦਾ ਪੰਜਾਬ ਸੀ, ਜਿਸ ਆਈਡੀਓਲੋਜੀ ਨੂੰ ਅੱਗੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਨਸਟੀਟਿਊਸ਼ਨ ਦੇ ਵਿੱਚ ਦਰਜ ਕਰਕੇ ਰੱਖਤਾ, ਕਿ ਇਹ ਸਰਕਾਰ ਉਸ ਸੁਪਨੇ ਨੂੰ ਪੂਰਾ ਕਰ ਪਾਊਗੀ ਕਿ ਨਹੀਂ, ਇਹ ਜ਼ਿਆਦਾ ਵੱਡਾ ਸਵਾਲ। ਪੰਦੇਰ ਸਾਹਿਬ, ਇਲੈਕਸ਼ਨ ਜਿਹੜੇ ਹੋ ਕੇ ਹਟੇ ਨੇ 5 ਸੂਬਿਆਂ ਦੇ ਵਿੱਚ, ਕਾਂਗਰਸ ਦੀ ਬਹੁਤ ਬੁਰੀ ਹਾਰ ਹੋਈ ਹੈ, ਤੇ ਉਸ ਤੋਂ ਬਾਅਦ ਹੁਣ ਕਾਂਗਰਸ ਦੀ ਲੀਡਰਸ਼ਿਪ ਤੇ, ਜਿਹੜੀ ਕੇਂਦਰੀ ਲੀਡਰਸ਼ਿਪ ਆ, ਉੱਤੇ ਸਵਾਲ ਉੱਠ ਰਹੇ ਨੇ। ਤੇ ਸੋਨੀਆ ਗਾਂਧੀ ਨੇ ਮੀਟਿੰਗ ਕੀਤੀ ਹੈ ਗੁਲਾਮ ਨਬੀ ਆਜ਼ਾਦ ਦੇ ਨਾਲ। ਸੋ ਇਸ ਗੱਲਬਾਤ ਕੀ ਹੋਈ ਜੀ ਇਹਨਾਂ ਦੇ ਆਪਸ ਵਿੱਚ? ਵਾਸੂ ਜੀ, ਅਸੀਂ ਕੱਲ ਵੀ ਗੱਲ ਕੀਤੀ ਸੀ ਕਿ G23 ਦੀ ਮੀਟਿੰਗਸ ਲਗਾਤਾਰ ਜਾਰੀ ਨੇ। ਪਹਿਲਾਂ ਤਾਂ ਰਾਹੁਲ ਗਾਂਧੀ ਨੇ ਭੁਪਿੰਦਰ ਸਿੰਘ ਹੁੱਡਾ, ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨਾਂ ਨਾਲ ਮੀਟਿੰਗ ਕੀਤੀ ਸੀ। ਹੁੱਡਾ ਉਹਨਾਂ ਨੇ ਜਾ ਕੇ ਗੁਲਾਮ ਨਬੀ ਆਜ਼ਾਦ ਨਾਲ ਗੱਲ ਕੀਤੀ ਸੀ, ਕਿਉਂਕਿ G23 ਜਿਹੜੇ 23 ਲੀਡਰ ਨੇ ਜਿਹੜੇ ਡਿਸੀਡੈਂਟ ਨੇ ਗਾਂਧੀ ਪਰਿਵਾਰ ਦੇ ਮੰਨੇ ਜਾਂਦੇ ਆ, ਔਰ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਨਾਖੁਸ਼ ਨੇ, ਉਹਨਾਂ ਦੇ ਘਰੇ ਹੀ ਹੋਈ ਸੀ। ਉਹਨਾਂ 'ਚੋਂ 23 ਚੋਂ 18 ਦੀ ਮੀਟਿੰਗ ਉੱਥੇ ਹੋਈ ਸੀ। ਸੋ ਹੁੱਡਾ ਉਹਨਾਂ ਨੇ ਜਾ ਕੇ ਫੇਰ ਗੱਲ ਕੀਤੀ, ਤੇ ਉਸ ਤੋਂ ਬਾਅਦ ਕੱਲ ਦੇਰ ਰਾਤ ਸ਼ਾਮ ਨੂੰ ਗੁਲਾਮ ਨਬੀ ਆਜ਼ਾਦ ਦੀ ਤੇ ਸੋਨੀਆ ਗਾਂਧੀ ਦੀ ਮੀਟਿੰਗ ਹੋਈ ਹੈ। ਸੋਨੀਆ ਗਾਂਧੀ ਇਸ ਵੇਲੇ ਐਕਟਿੰਗ ਪ੍ਰਧਾਨ ਨੇ, ਕਿਉਂਕਿ ਕੋਈ ਰੈਗੂਲਰ ਪ੍ਰਧਾਨ ਹੈ ਨਹੀਂਗਾ। ਸੋ ਸੋਨੀਆ ਗਾਂਧੀ ਨੇ ਆਫਰ ਵੀ ਕੀਤਾ ਸੀ ਕਿ ਮੈਂ ਆਈਲ ਸਟੈਪ ਡਾਊਨ, ਕੇ ਪਰ ਉਹ ਮੰਨਿਆ ਨਹੀਂ ਗਿਆ, ਕਾਂਗਰਸ ਵਰਕਿੰਗ ਕਮੇਟੀ ਨੇ ਮੰਨਿਆ ਨਹੀਂ ਸੀ। ਜਿਹੜੀ ਇਹ G23 ਆ, ਇਹ ਉਹੀ ਗੱਲ ਕਹਿ ਰਹੇ ਆ ਕਿ ਜਿਹੜਾ ਫੈਸਲਾ ਲੈਣ ਦੀ ਬੋਡੀ, ਜਿਸ ਤਰ੍ਹਾਂ ਪਾਰਲੀਮੈਂਟਰੀ ਬੋਰਡ ਸੀ ਜਾਂ ਹੋਰ ਸੀ, ਉਹਨੂੰ ਐਕਸਪੈਂਡ ਕਰਨਾ ਚਾਹੀਦਾ। ਵੱਡੇ ਲੀਡਰ ਜਿਨ੍ਹਾਂ ਦਾ ਐਕਸਪੀਰੀਅੰਸ ਆ,
ਉਹਨਾਂ ਨੂੰ ਹਾਸ਼ੀਏ ਤੇ ਧੱਕਣ ਦੀ ਬਜਾਏ ਉਹਨਾਂ ਦਾ ਐਕਸਪੀਰੀਅੰਸ ਯੂਜ਼ ਕਰਕੇ ਪਾਰਟੀ ਨੂੰ ਰਿਵਾਈਵ ਕਿਵੇਂ ਕੀਤਾ ਜਾਵੇ ਉਹਦੇ ਫੈਸਲੇ ਲਏ ਜਾਣੇ ਚਾਹੀਦੇ। ਸੋ ਮੀਟਿੰਗ ਦੇ ਵਿੱਚ ਉਹਨਾਂ ਨੇ ਕਈ ਇੱਕ ਦੋ ਆਪਣੀਆਂ ਡਿਮਾਂਡਸ ਰੱਖੀਆਂ ਨੇ ਜਿਨ੍ਹਾਂ ਉੱਤੇ ਬੜਾ ਖੁਲਾਸਾ ਨਹੀਂ ਕੀਤਾ। ਉਹ ਇੱਕ ਖੁਲਾਸਾ ਤਾਂ ਇਹੀ ਸੀ ਕਿ ਜੀ ਮੈਂ ਸੁਜੈਸ਼ਨ ਦਿੱਤੀਆਂ ਨੇ ਕਿ ਕਾਂਗਰਸ ਵਰਕਿੰਗ ਕਮੇਟੀ ਕਿਸ ਤਰ੍ਹਾਂ ਆਪਣਾ ਕੰਮ ਕਰ ਸਕਦੀ ਆ, ਤੇ ਉਹਨਾਂ ਨੇ ਆਜ਼ਾਦ ਸਾਹਿਬ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਆ ਕਾਂਗਰਸ ਦੀ ਜਿਹੜੀ ਵਰਕਿੰਗ ਆਰਗੇਨਾਈਜੇਸ਼ਨਲ ਸੈਟਅਪ ਜਿਹੜਾ ਹੈ ਉਹਦੇ ਵਿੱਚ ਨਵੀਂ ਜਾਨ ਫੂਕੀ ਜਾ ਸਕਦੀ ਹੈ। ਤਾਂ ਉਹ ਕਹਿੰਦੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ G23 ਦੇ ਨਾਲ ਸ਼ਾਇਦ ਕੋਈ ਮੀਟਿੰਗ ਹੋਵੇਗੀ, ਪਰ ਗੁਲਾਮ ਨਬੀ ਆਜ਼ਾਦ ਨੇ ਇਹ ਸਪਸ਼ਟ ਜ਼ਰੂਰ ਕਰਤਾ ਕਿ G23 ਲੀਡਰਸ਼ਿਪ ਨੂੰ ਚੈਲੰਜ ਨਹੀਂ ਕਰ ਰਿਹਾ। ਲੀਡਰਸ਼ਿਪ ਨੂੰ ਇਹ ਨਹੀਂ ਕਹਿ ਰਿਹਾ ਕਿ ਗਾਂਧੀ ਪਰਿਵਾਰ ਹਟ ਜਾਵੇ ਤੇ ਉਹ ਹੋਰ ਕਿਸੇ ਪਾਸੇ ਹੋਰ ਕਿਸੇ ਨੂੰ ਥਾਂ ਦੇਣੀ ਚਾਹੀਦੀ ਹੈ। ਉਹ ਇਹੀ ਕਹਿ ਰਿਹਾ ਕਿ ਜਿਹੜਾ ਲੀਡਰਸ਼ਿਪ ਦਾ ਕੰਮ ਕਰਨ ਦਾ ਤੌਰ ਤਰੀਕਾ ਵਾ ਇਹਦੇ ਵਿੱਚ ਬਦਲ ਹੋਣਾ ਚਾਹੀਦਾ। ਇਹ ਡਿਕਟੇਟੋਰੀਅਲ ਜਾਂ ਪਰਿਵਾਰ ਦੇ ਵਿੱਚ ਹੀ ਫੈਸਲੇ ਨਹੀਂ ਹੋਣੇ ਚਾਹੀਦੇ, ਪਾਰਟੀ ਦੇ ਅਲੱਗ-ਅਲੱਗ ਜਗ੍ਹਾ 'ਚ ਫੈਸਲੇ ਹੋਣੇ ਚਾਹੀਦੇ ਆ। ਸੋ ਗੁਲਾਮ ਨਬੀ ਆਜ਼ਾਦ ਉਹੀ ਨੇ ਜਿਨ੍ਹਾਂ ਦੀ ਜਦੋਂ ਰਾਜ ਸਭਾ ਦੀ ਮੈਂਬਰਸ਼ਿਪ ਖਤਮ ਹੋਈ ਸੀ ਤਾਂ ਈਵਨ ਪ੍ਰਧਾਨ ਮੰਤਰੀ ਮੋਦੀ ਵੀ ਬੜੇ ਇਮੋਸ਼ਨਲ ਹੋ ਗਏ ਸੀ, ਸ਼ਾਇਦ ਇੱਕ ਅੱਧਾ ਹੰਝੂ ਵੀ ਆ ਗਿਆ ਸੀ। ਔਰ ਉਦੋਂ ਇਹ ਕਾਰਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਸ਼ਾਇਦ ਗੁਲਾਮ ਨਬੀ ਆਜ਼ਾਦ ਬੀਜੇਪੀ ਚਲੇ ਜਾਣ, ਪਰ ਗੁਲਾਮ ਨਬੀ ਆਜ਼ਾਦ ਨੇ ਕਾਫੀ ਇਹ ਸਪਸ਼ਟ ਕਰਤਾ ਹੈ ਵੀ ਨਾ ਤਾਂ ਉਹ ਪਾਰਟੀ ਛੱਡਣਗੇ ਤੇ ਨਾ ਹੀ ਉਹ ਲੀਡਰਸ਼ਿਪ ਨੂੰ ਚੈਲੰਜ ਕਰ ਰਹੇ। ਪੰਦੇਰ ਸਾਹਿਬ, ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦੇ ਘਰ ਡਾਕਾ ਪਿਆ ਜੀ, ਇਹਦਾ ਕੀ ਵੇਰਵਾ? ਬਹੁਤ ਸਨਸਨੀਖੇਜ਼ ਹੈ ਵਾਸੂ ਜੀ, ਕਿਉਂਕਿ ਮੋਹਾਲੀ ਦੇ ਵਿੱਚ 7 ਫੇਜ਼ ਦੇ ਵਿੱਚ ਇਹਨਾਂ ਦਾ ਘਰ ਹੈ ਔਰ ਕਾਫੀ ਜਿਹੜਾ ਹੈਗਾ ਵਸਿਆ ਹੋਇਆ ਇਲਾਕਾ ਵਾ, ਉਹਦੇ ਵਿੱਚ ਡਾਕਾ ਪਿਆ ਤੇ ਜਸਵਿੰਦਰ ਭੱਲਾ ਔਰ ਉਹਨਾਂ ਦੀ ਪਤਨੀ ਆਊਟ ਆਫ ਸਟੇਸ਼ਨ ਸੀ। ਉਹਨਾਂ ਦਾ ਜਿਹੜਾ ਬੇਟਾ ਉਹ ਕਿਸੇ ਸ਼ੂਟਿੰਗ ਤੇ ਸੀ। ਬਾਅਦ ਚੋਂ ਕੁਝ ਲੋਕੀ ਆ ਕੇ ਉਹਨਾਂ ਦੀ ਜਸਵਿੰਦਰ ਭੱਲਾ ਦੀ ਮਾਤਾ ਜੀ ਜੋ 80 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਆ, ਉਹਨਾਂ ਨੂੰ ਬੰਨ੍ਹ ਕੇ ਮੂੰਹ ਦਾ ਵੀ ਬੰਨ੍ਹ ਕੇ ਉਹਨਾਂ ਦੇ ਜਿਹੜੇ ਚੂੜੀਆਂ ਸੀ ਹੱਥਾਂ ਤੇ ਪਾਈਆਂ ਹੋਈਆਂ ਔਰ ਕੰਨਾਂ 'ਚ ਵੀ ਵਾਲੀਆਂ ਵਗੈਰਾ ਸੀ ਉਹ ਉਤਾਰ ਕੇ ਇੱਕ ਲਾਇਸੈਂਸੀ ਪਿਸਤੌਲ ਸੀ ਉਹ ਵੀ ਕਰ ਲਿਆ ਤੇ ਕੁਝ ਲੱਖਾਂ ਦੇ ਵਿੱਚ ਨਗਦੀ ਸੀ ਘਰ 'ਚ ਪਈ ਉਹ ਵੀ ਲੁੱਟੀ ਗਈ ਤੇ ਹੋਰ ਵੀ ਚੀਜ਼ਾਂ ਲਗਾਈਆਂ। ਜਿਹੜੇ ਉੱਥੋਂ ਦੇ ਇਹ ਕੇਸ ਜਿਹੜਾ ਮਟੌੜ ਥਾਣੇ ਦੇ ਵਿੱਚ ਹੈਗਾ ਉੱਥੇ ਦੱਸਿਆ ਗਿਆ DSP 1 ਜਿਹੜੇ ਹੈਗੇ ਆ ਉਹ ਸੁਖਨਾਜ ਸਿੰਘ ਨੇ ਦੱਸਿਆ ਕਿ ਜਿਹੜੇ ਇਹ ਡਾਕੂ ਸੀ ਇਹਨਾਂ ਨੇ ਕੋਈ 10 ਮਿੰਟ ਹੀ ਲਾਏ ਆ ਜਿਹੜਾ ਲੁੱਟ ਕਰਨ ਦੀ ਤੇ ਔਰ ਇਹ ਬੰਦੇ ਉਹ ਸੀਗੇ ਜੀ ਕਿ ਪਹਿਲਾਂ ਇਹਨਾਂ ਦਾ ਆਪਣਾ ਨੌਕਰ ਸੀ ਜੋ ਇੱਕ ਨੇਪਾਲ ਤੋਂ ਹੈਗਾ, ਉਹ ਕਾਫੀ ਦੇਰ ਤੋਂ ਭੱਲਾ ਉਹਨਾਂ ਦੇ ਘਰੇ ਕੰਮ ਕਰਦਾ, ਉਹਦੇ ਕਹੇ ਤੇ ਇੱਕ ਦੂਸਰਾ ਨੌਕਰ ਲਾਇਆ ਸੀ, ਉਹਦੇ ਨਾਲ ਆਏ ਸੀ। CCTV ਦੀ ਜਿਹੜੀ ਫੁਟੇਜ ਆ ਉਹਦੇ ਨਾਲ ਸਾਰੇ ਬੰਦੇ ਪਛਾਣੇ ਗਏ, ਉਹਨਾਂ ਦੇ ਨਿਕਨੇਮਸ ਵੀ ਪਛਾਣੇ ਗਏ ਨੇ ਔਰ ਬੜੀ ਪੁਲਿਸ ਨੂੰ ਤਾਂ ਬੜੀ ਇਹ ਕੌਨਫੀਡੈਂਸ ਹੈ ਕਿ ਬੜੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਤਾਂ ਫੜ ਲਾਂਗੇ। ਉਹ ਇੰਤਜ਼ਾਰ ਕਰ ਰਹੇ ਨੇ ਕਿ ਜਸਵਿੰਦਰ ਭੱਲਾ ਖੁਦ ਵਾਪਸ ਆਉਣ ਤੇ ਜਿਹੜੀਆਂ ਲਿਸਟ ਆਫ ਚੀਜ਼ਾਂ ਆਪਣੀਆਂ ਚੈੱਕ ਕਰਕੇ ਦੱਸਣ ਵੀ ਉਹਨਾਂ ਦੀਆਂ ਕਿਹੜੀਆਂ ਆ ਕੇ ਮਿਸਿੰਗ ਨੇ ਤੇ ਉਹਨਾਂ ਦੀ ਰਿਕਵਰੀ ਕਿਸ ਤਰ੍ਹਾਂ ਕੀਤੀ ਜਾਵੇ। ਪਰ ਫਿਰ ਵੀ ਗੱਲ ਵਾਸੂ ਜੀ ਉੱਥੇ ਆ ਜਾਂਦੀ ਆ ਕਿ ਇਹ ਬਹੁਤ ਵੱਡਾ ਚੈਲੰਜ ਹੈ ਨਵੀਂ ਸਰਕਾਰ ਵਾਸਤੇ ਕਿ ਪਹਿਲਾਂ ਤਾਂ ਸੜਕਾਂ ਦੇ ਉੱਤੇ ਜਿਹੜੀ ਸੀਗੀ ਆ ਮੋਟਰਸਾਈਕਲ ਦੇ ਉੱਤੇ ਲੋਕੀ ਆਉਂਦੇ ਸੀ, ਚੇਨੀ ਖਿੱਚ ਕੇ ਲੈ ਜਾਂਦੇ ਸੀ ਜਾਂ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਪਰਸ ਖੋਹ ਕੇ ਲੈ ਜਾਂਦੇ ਸੀ ਔਰਤਾਂ ਦੇ। ਹੁਣ ਤਾਂ ਘਰ 'ਚ ਵੜਨ ਲੱਗ ਪਏ। ਇਹ ਬਹੁਤ ਵੱਡੀ ਇੱਕ ਜਿਹੜੇ ਹੈਗਾ ਨਾਸੂਰ ਆ ਪੰਜਾਬ ਦਾ। ਮੌਜੂਦਾ ਸਰਕਾਰ ਨੂੰ ਆਪਣਾ ਇਹ ਬਹੁਤ ਵੱਡਾ ਚੈਲੰਜ ਹੈ ਕਿ ਜਿਹੜਾ ਸਿਟੀਜ਼ਨ ਆ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝੇ ਪੰਜਾਬ ਦੇ ਵਿੱਚ, ਉਹ ਬਹੁਤ ਜ਼ਰੂਰੀ ਹੈ ਜੀ। ਤੇ ਪੰਦੇਰ ਸਾਹਿਬ, ਇੱਧਰ ਪੰਜਾਬ ਦੇ ਵਿੱਚ ਤਾਂ ਭਗਵੰਤ ਮਾਨ ਨੇ ਆਪਣਾ ਅਹੁਦਾ ਸੰਭਾਲ ਲਿਆ, ਉਧਰ ਯੂਪੀ ਦੇ ਵਿੱਚ ਕਿਹਾ ਜਾ ਰਿਹਾ ਕਿ ਯੋਗੀ ਆਦਿੱਤਿਆਨਾਥ ਦਾ ਜਿਹੜਾ ਸ਼ਪਥ ਗ੍ਰਹਿਣ ਸਮਾਰੋਹ ਹੈ ਉਹ 25 ਮਾਰਚ ਨੂੰ ਹੋਏਗਾ ਜੀ। 25 ਮਾਰਚ ਨੂੰ ਹੋ ਰਿਹਾ ਜੀ, ਉੱਥੇ ਆਪਣਾ ਲਖਨਊ ਦੇ ਵਿੱਚ ਹੋ ਰਿਹਾ ਬਹੁਤ ਵੱਡਾ। ਉਹਨਾਂ ਨੇ ਕ੍ਰਿਕਟ ਸਟੇਡੀਅਮ ਜਿਹੜਾ ਏਕਨਾਥ ਕ੍ਰਿਕਟ ਸਟੇਡੀਅਮ ਕਹਿੰਦੇ ਸੀ, ਪਰ ਉਸ ਨੂੰ ਸਰਕਾਰ ਨੇ 2019 ਚ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਦਾ ਨਾਂ ਦਿੱਤਾ ਸੀ। ਇਹਦੇ ਵਾਸਤੇ ਯੋਗੀ ਆਦਿੱਤਿਆਨਾਥ ਨੇ ਪਾਰਟੀ ਹਾਈ ਕਮਾਂਡ ਈਵਨ ਜਿਹੜੀ ਹੈਗੀ ਆ ਔਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ RSS ਨਾਲ ਵੀ ਕੁਝ ਮੀਟਿੰਗਸ ਕੀਤੀਆਂ ਨੇ। ਆਪਣਾ ਅਗਲਾ ਮੰਤਰੀ ਮੰਡਲ ਜਿਹੜਾ ਉਹਦੇ ਵੀ ਕਿਹੜੇ ਮੰਤਰੀ ਨਾਲ ਸਹੁੰ ਚੁੱਕਣਗੇ ਉਹ ਹੋਊਗਾ, ਕਿਉਂਕਿ ਸਟੇਡੀਅਮ 'ਚ ਸਾਰਾ ਪ੍ਰੋਗਰਾਮ ਹੈ, ਕਾਫੀ ਲੋਕੀ ਆਉਣਗੇ ਤੇ ਉਹਦੇ ਵਿੱਚ ਇਹਦੇ ਜਿਹੜੇ ਹੈਗੇ ਆ
ਮੰਤਰੀ ਮੰਡਲ ਵੱਡਾ ਹੋਣ ਦੀ ਆਸ ਹੈ। ਪਰ ਜਿਹੜੀ ਇਹਦੇ 'ਚ ਖੂਬਸੂਰਤ ਗੱਲ ਹੈ, ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਨੂੰ ਨਹੀਂ ਸੀ ਸੱਦਿਆ। ਜਿਹੜੀ ਇਹ ਖੂਬਸੂਰਤੀ ਦੀ ਗੱਲ ਇਹ ਆ ਕਿ ਇਹਦੇ ਵਿੱਚ ਇਕੱਲਾ ਜਿਹੜੀ ਹੈਗੀ ਆ ਬੀਜੇਪੀ ਦੀ ਜਿਹੜੀ ਟੌਪ ਲੀਡਰਸ਼ਿਪ ਆ, ਹਾਲੇ ਪ੍ਰਧਾਨ ਮੰਤਰੀ ਮੋਦੀ ਪਹੁੰਚਣਗੇ ਕਿ ਨਹੀਂ ਇਹਦਾ ਨਹੀਂ ਪਤਾ, ਪਰ ਅਮਿਤ ਸ਼ਾਹ ਡਿਫੈਂਸ ਮਿਨਿਸਟਰ ਜਿਹੜੇ ਹੈਗੇ ਆ, ਰਾਜਨਾਥ ਸਿੰਘ, ਪਾਰਟੀ ਦੇ ਪ੍ਰੈਜ਼ੀਡੈਂਟ JP ਨੱਡਾ, ਜਿਹੜੀਆਂ ਬੀਜੇਪੀ ਦੀਆਂ ਸਾਰੀਆਂ ਸਟੇਟਸ ਨੇ ਜਿਹੜੀਆਂ, ਉਹਨਾਂ ਦੇ ਚੀਫ ਮਿਨਿਸਟਰ, ਆਫਿਸ ਬੇਅਰਰ ਜਿਹੜੇ ਹੈਗੇ ਆ RSS ਦੇ, ਉਹ ਇਸ 'ਚ ਪਹੁੰਚਣ ਦੀ ਉਹਨਾਂ ਦੀ ਹੈਗੀ ਆ। ਪਰ ਨਾਲ ਦੀ ਨਾਲ 3 ਜਿਹੜੇ ਸਾਬਕਾ ਚੀਫ ਮਿਨਿਸਟਰ ਨੇ, ਬਹੁਜਨ ਸਮਾਜ ਪਾਰਟੀ ਤੋਂ ਮਾਇਆਵਤੀ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਉਹਨਾਂ ਦੇ ਬੇਟੇ ਜਿਹੜੇ ਹੈਗੇ ਆ ਅਖਿਲੇਸ਼ ਯਾਦਵ, ਇਹਨਾਂ ਨੂੰ ਵੀ ਸੱਦਿਆ ਗਿਆ। ਸੋਨੀਆ ਗਾਂਧੀ ਨੂੰ ਔਰ ਪ੍ਰਿਯੰਕਾ ਗਾਂਧੀ ਨੂੰ ਵੀ ਸੱਦਿਆ ਗਿਆ ਇਹਦੇ ਵਾਸਤੇ। ਸੋ ਇਸ ਪ੍ਰੋਗਰਾਮ ਦੇ ਵਿੱਚ ਦੇਖੋ ਅੱਗੇ ਕੀ ਕੁਛ ਹੁੰਦਾ, ਕੀ ਬੀਜੇਪੀ ਇਹਦੇ 'ਚ ਕੀ ਪੋਲੀਟੀਕਲ ਕੋਆਪਰੇਸ਼ਨ ਦੀ ਗੱਲ ਕਰਦੀ ਹੈ। ਬੀਜੇਪੀ ਜਿਹੜਾ ਯੂਪੀ ਦਾ ਹਾਊਸ ਆ ਉਹ 403 ਮੈਂਬਰ ਦਾ ਹੈਗਾ। ਬੀਜੇਪੀ ਨੇ ਐਤਕੀ ਜਿਹੜੀਆਂ ਹੈਗੀਆਂ 255 ਸੀਟਾਂ ਜਿੱਤੀਆਂ। ਉਹਨਾਂ ਦੇ ਜਿਹੜੇ ਅਲਾਇੰਸ ਪਾਰਟਨਰ ਨਾਲ ਰਲਾ ਕੇ ਜਿਹੜਾ NDA ਹੈਗਾ, ਉਹਨਾਂ ਕੋਲ 273 ਸੀਟਾਂ ਨੇ। ਪਿਛਲੀ ਵਾਰੀ ਮੈਨੂੰ ਯਾਦ ਹੈ ਸ਼ਾਇਦ 309 ਸੀਗੀਆਂ ਜਾਂ 304 ਸੀ। ਸੋ ਪਰ ਬੀਜੇਪੀ ਜਾਂ NDA ਪਹਿਲੀ ਸਰਕਾਰ ਹੈ ਜਿਹਨੇ ਪਿਛਲੇ ਆਲਮੋਸਟ ਤੁਸੀਂ ਇਹ ਦੇਖ ਲਓ ਜੀ 3.5 ਦਹਾਕਿਆਂ ਤੋਂ ਪਹਿਲੀ ਸਰਕਾਰ ਹੈ ਜਿਹਨੇ ਰਿਪੀਟ ਕੀਤਾ। ਸੋ ਅੱਗੇ ਕੀ ਕੁਛ ਹੁੰਦਾ, ਪਿਛਲੀ ਵਾਰੀ ਤਾਂ ਕਾਫੀ ਸਟਰੋਂਗ ਮੈਨ ਦੀ ਤਰ੍ਹਾਂ ਯੋਗੀ ਆਦਿੱਤਿਆਨਾਥ ਆਏ, ਈਵਨ ਇੱਥੇ ਤੱਕ ਕਿ ਆਪਣੇ ਆਪ ਨੂੰ ਮੋਦੀ ਦਾ ਇੱਕ ਆਲਟਰਨੇਟ ਜਾਂ ਸਕਸੈਸਰ ਵੀ ਪ੍ਰੈਜ਼ੈਂਟ ਕਰਨ ਸਕਸੈਸਫੁਲ ਹੋ ਗਏ ਨੇ। ਹੁਣ ਯੋਗੀ ਆਦਿੱਤਿਆਨਾਥ ਦੀ ਇਸ ਟਰਮ ਦੇ ਵਿੱਚ ਕੀ ਸਿਆਸਤ ਹੋਊਗੀ, ਜਦ ਕਿ ਇਹ ਸੋਚਿਆ ਜਾਂਦਾ ਸੀ ਕਿ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਸਿਚੁਏਸ਼ਨ ਡਾਵਾਂਡੋਲ ਹੈ। ਬੇਸ਼ੱਕ ਨੰਬਰ ਜਿਹੜੀਆਂ ਸੀਟਾਂ ਦਾ ਨੰਬਰ ਘਟਿਆ ਵਾ, ਪਰ ਹੁਣ ਸਿਆਸਤ ਕਿਧਰਲੇ ਪਾਸੇ ਨੂੰ ਜਾਊਗੀ। ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ ਖਾਸਾ ਬੀਜੇਪੀ ਨੂੰ ਸੇਕ ਵੀ ਲੱਗਿਆ ਉਹਦਾ, ਬੇਸ਼ੱਕ ਸੀਟਾਂ ਦਾ ਉਹਨਾਂ ਸੇਕ ਨਹੀਂ ਲੱਗਿਆ, ਪਰ ਪ੍ਰੈਸਟੀਜ ਨੂੰ ਫਰਕ ਪਿਆ। ਇਹਦੇ ਵਿੱਚ ਕੋਈ ਯੋਗੀ ਆਦਿੱਤਿਆਨਾਥ ਦੀ ਸਿਆਸਤ ਦੇ ਵਿੱਚ ਕੋਈ ਬਦਲਾਅ ਆਏਗਾ, ਇਹ ਲੋਕੀ ਬੜੀ ਧਿਆਨ ਨਾਲ ਦੇਖਣਗੇ ਜੀ। ਪੰਦੇਰ ਸਾਹਿਬ, ਹੁਣ ਇਲਾਹਾਬਾਦ ਹਾਈ ਕੋਰਟ ਨੇ ਵੀ ਇੱਕ ਗੱਲ ਕੀਤੀ ਹੈ, ਕਹਿੰਦੇ ਕਿ ਜੇ ਪਾਰਟੀਆਂ ਆਪਣੇ ਮੈਨੀਫੈਸਟੋ ਵਿਚਲੇ ਵਾਅਦੇ ਪੂਰੇ ਨਹੀਂ ਕਰਦੀਆਂ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਜੇ ਪੰਦੇਰ ਸਾਹਿਬ ਲੈਸ ਦੈਨ 2 ਮਿੰਟਸ ਦੇ ਵਿੱਚ ਜੇ ਆਪਾਂ ਬਹੁਤ ਹੀ ਬਰੀਫਲੀ ਇਹਦੇ ਬਾਰੇ ਗੱਲ ਕਰ ਲਈਏ। ਹਾਂਜੀ, ਇਹ ਬਹੁਤ ਵੱਡਾ ਇਸ਼ੂ ਹੈ ਜੀ। ਲੋਕੀ ਇਹ ਕਹਿੰਦੇ ਜੀ ਕਿ ਪਾਰਟੀਆਂ ਨੂੰ ਪਾਬੰਦ ਕੀਤਾ ਜਾਵੇ ਕਿ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਉਹ ਆਪਣੇ ਜਿਹੜੇ ਵਾਅਦੇ ਕਰਦੇ ਉਹ ਪੂਰੇ ਕੀਤੇ ਜਾਣ। ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਸੀਗੀ ਔਰ ਉਹ ਰੱਖੀ ਗਈ ਸੀ ਵੀ ਇਹਨਾਂ ਨੂੰ ਬੰਨਿਆ ਜਾਵੇ। ਸੋ ਉਹਨਾਂ ਦੇ ਸਿੰਗਲ ਜੱਜ ਬੈਂਚ ਦਿਨੇਸ਼ ਪਾਠਕ ਉਹਨਾਂ ਨੇ ਅਬਜ਼ਰਵ ਕੀਤਾ ਕਿ ਇਹ ਤੁਸੀਂ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੁੰਦਾ ਪੋਲੀਟੀਕਲ ਪ੍ਰੋਗਰਾਮ ਦਾ ਇੱਕ ਸਟੇਟਮੈਂਟ ਆਫ देयर ਪੋਲਿਸੀ ਹੁੰਦੀ ਆ, ਤੇ ਤੁਸੀਂ ਇਹਨੂੰ ਕਾਨੂੰਨ ਨਹੀਂ ਬਣਾ ਸਕਦੇ। ਕਾਨੂੰਨ ਨਹੀਂ ਹੈ ਇਹ, ਬਈ ਇਹਨੂੰ ਲਾਅ ਨਹੀਂ ਮੰਨਿਆ ਜਾ ਸਕਦਾ। ਇਹ ਤਾਂ ਇੱਕ ਕੋਈ ਤਰੀਕਾ ਨਹੀਂ ਹੈ। ਤੁਸੀਂ ਇਹ ਕਹੋ ਕਹਿੰਦੇ ਜੀ ਕਿਸੇ ਕਾਨੂੰਨ 'ਚ ਫਿੱਟ ਨਹੀਂ ਬੈਠਦਾ। ਤਾਂ ਸੋ ਇਹ ਜਿਹੜੀ ਪਟੀਸ਼ਨ ਸੀ ਇਹ ਖੁਰਸ਼ੀਦ ਰਹਿਮਾਨ ਨੇ ਇਹ ਬੀਜੇਪੀ ਦੇ ਖਿਲਾਫ ਫਾਈਲ ਕੀਤੀ ਸੀ ਕਿ 2014 ਦੇ ਜਿਹੜੇ ਉਹਨਾਂ ਦੇ ਇਲੈਕਸ਼ਨ ਸੀਗੇ, ਅਮਿਤ ਸ਼ਾਹ ਉਹਨਾਂ ਦੇ ਜਦੋਂ ਪ੍ਰੈਜ਼ੀਡੈਂਟ ਸੀ ਉਦੋਂ ਉਹਨਾਂ ਨੇ ਪੂਰੇ ਨਹੀਂ ਕੀਤੇ। ਸੋ ਇਹ ਟ੍ਰੈਂਡ ਸੈੱਟ ਹੋਏਗਾ ਕਿ ਅੱਗੇ ਜਾ ਕੇ ਸੁਪਰੀਮ ਕੋਰਟ ਇਹਦੇ ਵੱਲ ਕੀ ਹੈ, ਕਿਉਂਕਿ ਬਹੁਤ ਵੱਡਾ ਇਸ਼ੂ ਆ। ਪਬਲਿਕ ਸੈਂਟੀਮੈਂਟ ਵੀ ਇਹਦੇ ਨਾਲ ਜੁੜਿਆ ਹੈ ਜੀ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹੈਵ ਅ ਵੈਰੀ ਨਾਈਸ ਵੀਕਐਂਡ। ਸੋਮਵਾਰ ਨੂੰ ਫੇਰ ਗੱਲ ਹੋਏਗੀ। ਬਿਲਕੁਲ ਜੀ, ਇੰਤਜ਼ਾਰ ਕਰਾਂਗੇ ਸੋਮਵਾਰ। ਥੈਂਕ ਯੂ ਜੀ।